ਭਾਰਤ ਵਿੱਚ ਲਿੰਗ ਭੇਦ ਦੀ ਰਾਜਨੀਤੀ ਜੈਂਡਰ ਪੋਲਿਟਿਕਸ ਇਨ ਇੰਡੀਆ। ਇਸ ਕੁਐਸਚਨ ਵਿੱਚ ਅਸੀਂ ਚਰਚਾ ਕਰਾਂਗੇ ਕਿ ਭਾਰਤ ਵਿੱਚ ਇਸਤਰੀਆਂ ਦੀ ਸਥਿਤੀ ਕਿਸ ਤਰ੍ਹਾਂ ਦੀ ਹੈ, ਕੀ ਉਹ ਰਾਜਨੀਤਿਕ, ਆਰਥਿਕ, ਸਮਾਜਿਕ ਪੱਖ ਤੋਂ ਪੁਰਸ਼ਾਂ ਦੇ ਬਰਾਬਰ ਹਨ ਜਾਂ ਉਹਨਾਂ ਦੇ ਨਾਲ ਭੇਦਭਾਵ ਕੀਤਾ ਜਾਂਦਾ ਹੈ, ਵਿਤਕਰਾ ਕੀਤਾ ਜਾਂਦਾ ਹੈ। ਲਿੰਗ ਭੇਦ ਜਾਂ ਜੈਂਡਰ ਡਿਸਕ੍ਰਿਮੀਨੇਸ਼ਨ ਦਾ ਅਰਥ ਕੀ ਹੈ? ਜੈਂਡਰ ਡਿਸਕ੍ਰਿਮੀਨੇਸ਼ਨ ਦਾ ਅਰਥ ਹੈ ਕਿ ਕਿਸੇ ਸਮਾਜ ਵਿੱਚ ਇਸਤਰੀਆਂ ਅਤੇ ਪੁਰਖਾਂ ਨੂੰ ਕਿਹੜੀਆਂ-ਕਿਹੜੀਆਂ ਜ਼ਿੰਮੇਵਾਰੀਆਂ, ਕਿਹੜੇ-ਕਿਹੜੇ ਰੋਲ, ਕਿਹੜੇ-ਕਿਹੜੇ ਅਧਿਕਾਰ ਸੌਂਪੇ ਜਾਂਦੇ ਹਨ। ਉਹ ਅਧਿਕਾਰ, ਭੂਮਿਕਾਵਾਂ ਸਮਾਨ ਹਨ ਜਾਂ ਉਹਨਾਂ ਦੇ ਵਿੱਚ ਕੋਈ ਡਿਫਰੈਂਸਿਸ ਹਨ, ਭੇਦਭਾਵ ਕੀਤਾ ਜਾਂਦਾ ਹੈ ਕਿਸੇ ਗਰੁੱਪ ਨਾਲ। ਅਸੀਂ ਵੇਖਦੇ ਹਾਂ ਕਿ ਦੁਨੀਆ ਦੇ ਬਹੁਤੇ ਰਾਜਾਂ ਦੇ ਵਿੱਚ, ਬਹੁਤੇ ਸਮਾਜਾਂ ਦੇ ਵਿੱਚ ਇਸਤਰੀਆਂ ਦੀ ਸਮਾਜਿਕ ਸਥਿਤੀ ਪੁਰਸ਼ਾਂ ਦੇ ਮੁਕਾਬਲੇ ਕਮਜ਼ੋਰ ਹੈ। ਉਹਨਾਂ ਨੂੰ ਉਹ ਅਧਿਕਾਰ ਅਤੇ ਸੁਤੰਤਰਤਾਵਾਂ ਪ੍ਰਾਪਤ ਨਹੀਂ ਹੁੰਦੇ ਜਿਹੜੇ ਪੁਰਸ਼ਾਂ ਨੂੰ ਪ੍ਰਾਪਤ ਹੁੰਦੇ ਹਨ। ਇਸ ਲਈ ਬਹੁਤੇ ਸਮਾਜਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਪੁਰਸ਼ ਪ੍ਰਧਾਨ ਸਮਾਜ ਹਨ। ਜਿਹੜੇ ਬਹੁਤ ਜ਼ਿਆਦਾ ਐਡਵਾਂਸਡ ਕੰਟਰੀ ਹਨ, UK, USA ਵਰਗੇ, ਉੱਥੇ ਵੀ ਇਸਤਰੀਆਂ ਦੀ ਸਥਿਤੀ ਪੂਰੀ ਤਰ੍ਹਾਂ ਪੁਰਸ਼ਾਂ ਦੇ ਬਰਾਬਰ ਨਹੀਂ ਹੈ। ਅਸੀਂ USA ਦੀ ਉਦਾਹਰਨ ਲੈ ਸਕਦੇ ਹਾਂ, ਜਿੱਥੇ ਉਹਨਾਂ ਦੇ ਸਰਵ ਉੱਚ ਅਹੁਦੇ ਤੇ, ਰਾਸ਼ਟਰਪਤੀ ਦੇ ਅਹੁਦੇ ਤੇ ਅਜੇ ਤੱਕ ਕਿਸੇ ਵੀ ਔਰਤ ਨੂੰ ਪਹੁੰਚਣ ਦਾ ਮੌਕਾ ਨਹੀਂ ਮਿਲ ਸਕਿਆ। ਇਹਨਾਂ ਵਖਰੇਵਿਆਂ ਦਾ ਪੱਧਰ ਵੱਖੋ-ਵੱਖਰੇ ਸਮਾਜਾਂ ਵਿੱਚ ਵੱਖੋ-ਵੱਖ ਹੋ ਸਕਦਾ ਹੈ। ਭਾਰਤ ਵੀ ਇੱਕ ਇਸੇ ਤਰ੍ਹਾਂ ਦਾ ਦੇਸ਼ ਹੈ ਜਿੱਥੇ ਇਸਤਰੀਆਂ ਨੂੰ ਪੁਰਸ਼ਾਂ ਦੇ ਬਰਾਬਰ ਮੌਕੇ ਨਹੀਂ ਮਿਲਦੇ ਅਤੇ ਜੋ ਜੈਂਡਰ ਗੈਪ ਹੈ ਭਾਰਤ ਦੇ ਵਿੱਚ, ਉਹ ਕਾਫੀ ਗੰਭੀਰ ਹੈ। ਜੇ ਰਾਜਨੀਤਿਕ ਪੱਖ ਤੋਂ ਵੇਖਿਆ ਜਾਵੇ ਤਾਂ ਭਾਰਤ ਵਿੱਚ ਇਸਤਰੀਆਂ ਰਾਜਨੀਤਿਕ ਜੀਵਨ ਦੇ ਵਿੱਚ ਇਨਐਕਟਿਵ ਰਹੀਆਂ ਨੇ, ਦੇਸ਼ ਦੇ ਰਾਜਨੀਤਿਕ ਜੀਵਨ ਦੇ ਵਿੱਚ ਅਕਿਰਿਆਸ਼ੀਲ ਰਹੀਆਂ ਨੇ, ਕਿਉਂਕਿ ਭਾਰਤ ਦੀ ਰਾਜਨੀਤੀ ਹਮੇਸ਼ਾ ਹੀ ਪੁਰਸ਼ ਪ੍ਰਧਾਨ ਰਾਜਨੀਤੀ ਰਹੀ ਹੈ। ਰਾਜਤੰਤਰ ਸਮੇਂ ਵੀ ਇਸਤਰੀਆਂ ਦੀ ਸਥਿਤੀ ਪੁਰਸ਼ਾਂ ਦੇ ਬਰਾਬਰ ਨਹੀਂ ਹੁੰਦੀ ਸੀ। ਹਮੇਸ਼ਾ ਦੂਜੇ ਦਰਜੇ ਵਾਲੀ, ਸੈਕੰਡ ਗ੍ਰੇਡ ਵਾਲੀ ਪੋਜੀਸ਼ਨ ਹੀ ਰਹੀ ਹੈ ਰਾਜਤੰਤਰ ਦੇ ਸਮੇਂ ਵੀ। ਫਿਰ ਜਦੋਂ ਅੰਗਰੇਜ਼ ਆਏ, ਭਾਰਤੀ ਲੋਕਾਂ ਨੇ ਆਜ਼ਾਦੀ ਲਈ ਸੰਘਰਸ਼ ਸ਼ੁਰੂ ਕੀਤਾ ਅੰਗਰੇਜ਼ਾਂ ਦੇ ਖਿਲਾਫ, ਤਾਂ ਸਮਾਜਿਕ ਸੁਤੰਤਰਤਾ ਨਾ ਹੋਣ ਕਰਕੇ, ਰਾਜਨੀਤਿਕ ਭਾਗੀਦਾਰੀ ਨਾ ਹੋਣ ਕਰਕੇ ਇਸਤਰੀਆਂ ਦੀ ਭਾਗੀਦਾਰੀ ਫਰੀडम ਮੂਵਮੈਂਟ ਦੇ ਵਿੱਚ ਸਾਨੂੰ ਉਹ ਨਹੀਂ ਮਿਲਦੀ ਜਿਹੜੀ ਉਹਨਾਂ ਦੀ ਹੋਣੀ ਚਾਹੀਦੀ ਸੀ। ਪੁਰਸ਼ਾਂ ਦੀ ਭਾਗੀਦਾਰੀ ਜ਼ਿਆਦਾ ਹੈ, ਚਾਹੇ ਉਹ ਰੈਵੋਲੂਸ਼ਨਰੀ ਐਕਟੀਵਿਟੀਜ਼ ਹੋਣ, ਚਾਹੇ ਰਾਜਨੀਤਿਕ ਸੰਘਰਸ਼ ਹੋਵੇ। ਇਸਤਰੀਆਂ ਦੀ ਭਾਗੀਦਾਰੀ ਘੱਟ ਹੈ। ਫਿਰ ਜਦੋਂ ਸਾਡਾ ਸੰਵਿਧਾਨ ਬਣਨ ਲੱਗਿਆ, ਸੰਵਿਧਾਨ ਸਭਾ ਬਣੀ ਸਾਡੀ 1946 ਵਿੱਚ, ਉਸ ਵੇਲੇ ਵੀ ਕੁਝ ਕੁ ਗਿਣਤੀ ਦੀਆਂ ਹੀ ਇਸਤਰੀ ਮੈਂਬਰ ਸੀ ਜਿਹੜੀਆਂ ਸੰਵਿਧਾਨ ਸਭਾ ਦੀਆਂ ਮੈਂਬਰ ਬਣੀਆਂ, ਅਤੇ ਉਹਨਾਂ ਦੀ ਵੀ ਕੋਈ ਖਾਸ ਭੂਮਿਕਾ, ਸਾਨੂੰ ਖਾਸ ਛਾਪ ਦਿਖਾਈ ਨਹੀਂ ਦਿੰਦੀ ਸਾਡੇ ਮੌਜੂਦਾ ਸੰਵਿਧਾਨ ਤੇ। ਉਹਨਾਂ ਨੇ ਜੇ ਕਦੇ ਸੰਵਿਧਾਨ ਸਭਾ ਨੂੰ ਐਡਰੈਸ ਕੀਤਾ, ਉਹ ਤਾਂ ਲਗਭਗ ਹਰ ਵੇਲੇ ਸਰਕਾਰੀ ਧਿਰ ਨੂੰ ਸਪੋਰਟ ਕਰਨ ਹੀ ਐਡਰੈਸ ਕੀਤਾ। ਉਹਨਾਂ ਦਾ ਕੋਈ ਆਪਣਾ ਇੰਡੀਪੈਂਡੈਂਟ ਸਟੈਂਡ ਨਹੀਂ ਸੀ ਕਿ ਅਸੀਂ ਕੀ ਕਰਨਾ ਚਾਹੁੰਦੇ ਹਾਂ, ਕਿਸ ਤਰ੍ਹਾਂ ਦੇ ਸੰਵਿਧਾਨ ਦਾ ਗਠਨ ਕਰਨਾ ਚਾਹੁੰਦੇ ਹਾਂ। ਸੰਵਿਧਾਨ ਨਿਰਮਾਣ ਤੋਂ ਬਾਅਦ ਵੀ ਅੱਜ ਤੱਕ ਪੰਚਾਇਤਾਂ ਤੋਂ ਲੈ ਕੇ ਲੋਕ ਸਭਾ ਤੱਕ ਕਿਸੇ ਵੀ ਸੰਸਥਾ ਵਿੱਚ ਇਸਤਰੀਆਂ ਦੀ ਭਾਗੀਦਾਰੀ ਪੁਰਸ਼ਾਂ ਦੇ ਸਮਾਨ ਨਹੀਂ ਰਹੀ। ਜੇ ਸਿੱਖਿਆ ਦੇ ਖੇਤਰ ਦੀ ਗੱਲ ਕਰੀਏ ਤਾਂ ਸਿੱਖਿਆ ਦੇ ਖੇਤਰ ਵਿੱਚ ਵੀ ਇਸਤਰੀਆਂ ਨੂੰ ਹਮੇਸ਼ਾ ਹੀ ਘੱਟ ਮੌਕੇ ਮਿਲਦੇ ਰਹੇ ਹਨ। ਇਸ ਲਈ ਸਾਡੇ ਸਕੂਲਾਂ 'ਚ, ਕਾਲਜਾਂ ਵਿੱਚ, ਯੂਨੀਵਰਸਿਟੀਆਂ ਵਿੱਚ ਲੜਕੀਆਂ ਦੀ ਗਿਣਤੀ ਲੜਕਿਆਂ ਨਾਲੋਂ ਘੱਟ ਹੁੰਦੀ ਹੈ। ਪੇਂਡੂ ਖੇਤਰਾਂ ਵਿੱਚ ਇਹ ਸਥਿਤੀ ਹੋਰ ਵੀ ਗੰਭੀਰ ਹੈ, ਜੈਂਡਰ ਗੈਪ ਹੋਰ ਵੀ ਜ਼ਿਆਦਾ ਹੈ। ਸਾਡਾ ਇੱਕ ਰਾਸ਼ਟਰੀ ਪੱਧਰ ਦੀ ਸੰਸਥਾ ਹੈ NSSO। ਇਹ ਵੱਖੋ-ਵੱਖਰੇ ਖੇਤਰਾਂ ਸੰਬੰਧੀ ਅੰਕੜੇ ਇਕੱਠੇ ਕਰਦੀ ਰਹਿੰਦੀ ਹੈ, ਜੈਂਡਰ ਸੰਬੰਧੀ ਵੀ ਕਰਦੀ ਹੈ, ਵੱਖੋ-ਵੱਖਰੇ ਪੈਰਾਮੀਟਰਸ ਤੋਂ। ਇਸ ਤੇ ਜੋ 2014 ਦੇ ਅੰਕੜੇ ਨੇ, ਉਹ ਦੱਸਦੇ ਨੇ ਕਿ ਪ੍ਰਾਇਮਰੀ ਖੇਤਰ ਦੇ ਵਿੱਚ, ਪ੍ਰਾਇਮਰੀ ਸਿੱਖਿਆ ਦੇ ਵਿੱਚ 100 ਲੜਕਿਆਂ ਪਿੱਛੇ 93 ਲੜਕੀਆਂ ਹਨ। ਮਿਡਲ ਐਜੂਕੇਸ਼ਨ ਦੇ ਵਿੱਚ 100 ਲੜਕਿਆਂ ਪਿੱਛੇ 95 ਲੜਕੀਆਂ, ਅਤੇ ਸੈਕੰਡਰੀ ਸਕੂਲਾਂ ਦੇ ਵਿੱਚ 100 ਲੜਕਿਆਂ ਦੇ ਪਿੱਛੇ ਕੇਵਲ 90 ਲੜਕੀਆਂ ਹਨ। ਅਤੇ ਵੱਡੀਆਂ ਜੋ ਉੱਚ ਸਿੱਖਿਆ ਦੀਆਂ ਸੰਸਥਾਵਾਂ ਨੇ, ਉਹਨਾਂ ਦੇ ਵਿੱਚ ਇਹ ਗੈਪ ਹੋਰ ਵੀ ਜ਼ਿਆਦਾ ਹੈ। ਸਿਹਤ ਸੰਬੰਧੀ ਵੇਖਿਆ ਜਾਵੇ, ਸਿਹਤ ਸੰਬੰਧੀ ਵੀ ਇਸਤਰੀਆਂ ਤੇ ਪੁਰਸ਼ਾਂ ਦੀ ਬਰਾਬਰ ਪਹੁੰਚ ਨਹੀਂ ਹੈ। ਸਿਹਤ ਸਹੂਲਤਾਂ ਤੱਕ, ਚੰਗੀ ਸਿਹਤ ਤੱਕ ਇਸਤਰੀਆਂ ਦੀ ਜੋ ਸਿਹਤ ਹੈ ਪੁਰਸ਼ਾਂ ਦੇ ਕੰਪੈਰੀਟਿਵ ਕਮਜ਼ੋਰ ਹੈ। ਇਸ ਦਾ ਕਾਰਨ ਇਹ ਹੈ ਕਿ ਲੜਕੀਆਂ ਨੂੰ ਉਹ ਖੁਰਾਕੀ ਤੱਤ ਨਹੀਂ ਮਿਲਦੇ ਜਿਹੜੇ ਭਾਰਤੀ ਸਮਾਜ ਵਿੱਚ ਲੜਕਿਆਂ ਨੂੰ ਮਿਲਦੇ ਹਨ। ਭਾਰਤੀ ਘਰਾਂ ਦੇ ਵਿੱਚ ਖੁਰਾਕ ਸੰਬੰਧੀ ਕੁੜੀਆਂ ਨਾਲ ਆਮ ਕਰਕੇ ਹੀ ਵਿਤਕਰਾ ਕੀਤਾ ਜਾਂਦਾ ਹੈ। ਇਸਤਰੀਆਂ ਦੁਆਰਾ ਆਪਣੀ ਸਿਹਤ ਦਾ ਧਿਆਨ ਰੱਖਣ ਨੂੰ ਬਹੁਤੀ ਤਵੱਜੋ ਨਹੀਂ ਦਿੱਤੀ ਜਾਂਦੀ, ਸਗੋਂ ਜਿਹੜੀ ਇਸਤਰੀ ਆਪਣੀ ਸਿਹਤ ਦਾ ਧਿਆਨ ਨਹੀਂ ਰੱਖਦੀ, ਬਾਕੀ ਘਰ ਦੇ ਸਾਰੇ ਮੈਂਬਰਾਂ ਦੀ ਸੇਵਾ ਕਰਦੀ ਹੈ, ਆਪ ਸਭ ਤੋਂ ਬਾਅਦ ਦੇ ਵਿੱਚ ਖਾਣਾ ਖਾਂਦੀ ਹੈ, ਉਸ ਨੂੰ ਇੱਕ ਸੱਭਿਅਕ ਵਰਤਾਰਾ ਸਮਝਿਆ ਜਾਂਦਾ ਹੈ।
ਇਸੇ ਲਈ ਔਰਤਾਂ ਸਿਹਤ ਪੱਖੋਂ ਪੁਰਸ਼ਾਂ ਨਾਲੋਂ ਕਮਜ਼ੋਰ ਹਨ। ਇੱਕ ਵਰਲਡ ਲੈਵਲ ਦੀ ਸੰਸਥਾ ਹੈ ਵਰਲਡ ਇਕਨੋਮਿਕ ਫੋਰਮ। ਇਸ ਤੇ ਜੋ ਅੰਕੜੇ ਹਨ ਇਸਤਰੀਆਂ ਅਤੇ ਪੁਰਸ਼ਾਂ ਦੇ ਕੰਪੈਰੀਜ਼ਨ ਦੇ ਕਿ ਕਿੰਨੀ ਕੁ ਸਮਾਨਤਾ ਹੈ ਕਿਸੇ ਸਮਾਜ ਦੇ ਵਿੱਚ, ਭਾਰਤ ਸੰਬੰਧੀ ਇਹ ਅੰਕੜੇ ਨੇ ਜਿਹੜੇ ਇਹ ਕਾਫੀ ਜ਼ਿਆਦਾ ਗੰਭੀਰ ਹਨ। ਜੋ ਇਸਤਰੀ ਪੁਰਸ਼ ਦੀ ਸਮਾਨਤਾ ਹੈ ਹੈਲਥ ਦੇ ਪੱਖ ਤੋਂ 2017 ਦੇ ਵਿੱਚ ਇੰਡੀਆ ਦਾ ਰੈਂਕ ਗਿਆ 141ਵਾਂ ਸੀ ਅਤੇ 2018 ਦੇ ਵਿੱਚ ਇਹ ਰੈਂਕ ਹੋਰ ਥੱਲੇ ਚਲਿਆ ਗਿਆ 147ਵਾਂ ਰੈਂਕ ਸਾਡੇ ਦੇਸ਼ ਦਾ ਹੋ ਗਿਆ। ਇੰਨਾ ਜ਼ਿਆਦਾ ਗੈਪ ਹੈ ਸਿਹਤ ਸੰਬੰਧੀ ਇਸਤਰੀਆਂ ਤੇ ਪੁਰਸ਼ਾਂ ਵਿੱਚ। ਆਰਥਿਕ ਸਾਧਨਾਂ ਦੀ ਗੱਲ ਕਰੀਏ ਤਾਂ ਆਰਥਿਕ ਸਾਧਨ ਇਸਤਰੀਆਂ ਕੋਲ ਪੁਰਸ਼ਾਂ ਦੇ ਸਮਾਨ ਨਹੀਂ ਹਨ। ਹਿੰਦੂ ਵਿਰਾਸਤ ਕਾਨੂੰਨ ਭਾਵੇਂ ਲੜਕੀਆਂ ਨੂੰ ਪਿਤਰੀ ਜਾਇਦਾਦ ਦੇ ਵਿੱਚ ਬਰਾਬਰ ਦਾ ਹਿੱਸੇਦਾਰ ਮੰਨਦਾ ਹੈ, ਪਰੰਤੂ ਇਸ ਨੂੰ ਸਮਾਜਿਕ ਪ੍ਰਵਾਨਗੀ ਪ੍ਰਾਪਤ ਨਹੀਂ ਹੋ ਸਕੀ ਅਜੇ ਤੱਕ। ਜੇ ਕੋਈ ਲੜਕੀ ਕੋਸ਼ਿਸ਼ ਕਰਦੀ ਹੈ ਆਪਣੀ ਪੇਰੈਂਟਲ ਪ੍ਰਾਪਰਟੀ ਚੋਂ ਹਿੱਸਾ ਲੈਣ ਦੀ ਤਾਂ ਉਸ ਨੂੰ ਘਿਰਣਾ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ ਤੇ ਉਸ ਦਾ ਕਈ ਵਾਰੀ ਬਾਈਕਾਟ ਵੀ ਕੀਤਾ ਜਾਂਦਾ ਹੈ। ਖੇਤੀਬਾੜੀ, ਉਦਯੋਗ, ਵਪਾਰ ਸਾਰੇ ਖੇਤਰਾਂ ਵਿੱਚ ਆਰਥਿਕ ਸਾਧਨਾਂ ਤੇ ਆਮ ਕਰਕੇ ਪੁਰਸ਼ਾਂ ਦਾ ਹੀ ਕਬਜ਼ਾ ਹੁੰਦਾ ਹੈ ਅਤੇ ਜੋ ਸਰਵਿਸ ਸੈਕਟਰ ਹੈ ਉੱਥੇ ਵੀ ਇਸਤਰੀਆਂ ਦੀ ਪੁਰਸ਼ਾਂ ਨਾਲ ਬਰਾਬਰਤਾ ਨਹੀਂ ਹੈ। ਪਿਛਲੇ ਕੁਝ ਸਾਲਾਂ ਦੇ ਅੰਕੜੇ ਸਾਨੂੰ ਦੱਸਦੇ ਨੇ ਕਿ ਸਾਡੇ ਸਰਵਿਸ ਸੈਕਟਰ ਦੇ ਵਿੱਚ ਵੀ ਇਸਤਰੀਆਂ ਦੀ ਜੋ ਸੈਲਰੀ ਹੈ, ਤਨਖਾਹ ਹੈ, ਉਹ ਪੁਰਸ਼ਾਂ ਦੇ ਮੁਕਾਬਲੇ ਘੱਟ ਹੈ। 2014 ਦੇ ਵਿੱਚ ਇਹ ਗੈਪ 24% ਦਾ ਸੀ, 2015 ਦੇ ਵਿੱਚ 27% ਦਾ ਅਤੇ 2016 ਦੇ ਵਿੱਚ ਫਿਰ ਇਹ ਗੈਪ 27% ਦਾ ਹੋ ਗਿਆ। ਭਾਵ ਇੱਕੋ ਕੰਮ ਲਈ ਵੀ, ਬਰਾਬਰ ਦੀਆਂ ਜ਼ਿੰਮੇਵਾਰੀਆਂ ਲਈ ਵੀ ਇਸਤਰੀਆਂ ਦੀ ਤਨਖਾਹ ਹੈ ਜੋ ਉਹ ਘੱਟ ਹੈ। ਪੰਜਵੀਂ ਵਿਸ਼ੇਸ਼ਤਾ ਹੈ ਇਸਤਰੀਆਂ ਦੀ ਨਾਮ ਮਾਤਰ ਅਹੁਦੇਦਾਰੀਆਂ ਦੇਣੀਆਂ। ਪਿੰਡਾਂ ਦੀਆਂ ਪੰਚਾਇਤਾਂ ਦੇ ਮੈਂਬਰਾਂ ਦੇ ਵਿੱਚ, ਸ਼ਹਿਰਾਂ ਦੀਆਂ ਮਿਊਨਿਸਪੈਲਿਟੀਆਂ ਦੇ ਵਿੱਚ ਸਾਡੇ ਸੰਵਿਧਾਨ ਨੇ ਅਤੇ ਰਾਜਾਂ ਦੇ ਕਾਨੂੰਨਾਂ ਨੇ ਵਿਵਸਥਾ ਕੀਤੀ ਹੈ ਕਿ 1/3 ਸੀਟਾਂ ਘੱਟੋ ਘੱਟ ਇਸਤਰੀਆਂ ਲਈ ਰਾਖਵੀਆਂ ਹੋਣਗੀਆਂ। ਕਈ ਰਾਜਾਂ ਦੇ ਵਿੱਚ ਇਹ 50% ਸੀਟਾਂ ਵੀ ਇਸਤਰੀਆਂ ਲਈ ਰਿਜ਼ਰਵ ਰੱਖੀਆਂ ਜਾਂਦੀਆਂ ਹਨ, ਪਰੰਤੂ ਅਕਸਰ ਇਹਨਾਂ ਸੀਟਾਂ ਸੰਬੰਧੀ ਇਸਤਰੀਆਂ ਦੇ ਅਹੁਦੇ ਸਿਰਫ ਨਾਮ ਲਈ ਹੀ ਹੁੰਦੇ ਹਨ, ਕਿਉਂਕਿ ਇਹਨਾਂ ਸੀਟਾਂ ਤੇ ਰਿਜ਼ਰਵ ਸੀਟਾਂ ਤੇ ਪੁਰਸ਼ ਚੋਣ ਨਹੀਂ ਲੜ ਸਕਦੇ। ਅਸਲ ਰੂਪ ਵਿੱਚ ਉਹਨਾਂ ਦੇ ਨਾਮ ਤੇ ਜਿਹੜੇ ਅਹੁਦੇ ਪ੍ਰਾਪਤ ਕੀਤੇ ਜਾਂਦੇ ਹਨ, ਜਿਹੜੀਆਂ ਸ਼ਕਤੀਆਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ, ਉਹਨਾਂ ਦੀ ਵਰਤੋਂ ਉਹਨਾਂ ਦੇ ਘਰਾਂ ਦੇ ਪੁਰਸ਼ ਮੈਂਬਰ, ਉਹਨਾਂ ਦੇ ਹਸਬੈਂਡ, ਉਹਨਾਂ ਦੇ ਪਿਤਾ ਜਾਂ ਉਹਨਾਂ ਦੇ ਭਰਾ ਕਰਦੇ ਹਨ। ਸਮਾਜਿਕ ਅਸਮਾਨਤਾ ਵੀ ਕਾਫੀ ਗੰਭੀਰ ਹੈ ਇਸਤਰੀਆਂ ਤੇ ਪੁਰਸ਼ਾਂ ਦੀ ਭਾਰਤ ਦੇ ਵਿੱਚ। ਇਸਤਰੀਆਂ ਨਾਲ ਸਮਾਜਿਕ ਭੇਦਭਾਵ ਜਨਮ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਭਾਰਤ ਵਿੱਚ ਅਜੇ ਵੀ ਲੜਕੇ ਦੇ ਜਨਮ ਨੂੰ ਖੁਸ਼ੀ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ ਅਤੇ ਲੜਕੀ ਦੇ ਜਨਮ ਨੂੰ ਜ਼ਿੰਮੇਵਾਰੀਆਂ ਪੈਣ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ, ਬੋਝ ਪੈਣ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ। ਸਮਾਜਿਕ ਤੌਰ ਤੇ ਲੜਕੀ ਨੂੰ ਕਦੇ ਵੀ ਲੜਕੇ ਦੇ ਸਮਾਨ ਸਥਾਨ ਨਹੀਂ ਦਿੱਤਾ ਜਾਂਦਾ ਅਤੇ ਕਈ ਧਾਰਮਿਕ ਗ੍ਰੰਥਾਂ ਵਿੱਚ ਵੀ ਇਹ ਕਿਹਾ ਗਿਆ ਹੈ ਕਿ ਕਿਸੇ ਵਿਅਕਤੀ ਦੀ ਮੁਕਤੀ ਤਾਂ ਹੋ ਸਕਦੀ ਹੈ ਜੇ ਉਸ ਦਾ ਬੇਟਾ ਉਸ ਨੂੰ ਅਗਨੀ ਦੇਵੇਗਾ ਡੈਥ ਹੋਣ ਤੋਂ ਬਾਅਦ। ਇਸ ਤਰ੍ਹਾਂ ਲੜਕੇ ਦਾ ਹੋਣਾ ਜ਼ਰੂਰੀ ਸਮਝਿਆ ਜਾਂਦਾ ਹੈ। ਇਹ ਲੜਕੀਆਂ ਦੇ ਨਾਲ ਜੋ ਜੈਂਡਰ ਗੈਪ ਹੈ, ਜੋ ਧਾਰਮਿਕ ਜੋ ਮਾਨਤਾ ਹੈ, ਇਹ ਜੈਂਡਰ ਗੈਪ ਨੂੰ ਹੋਰ ਵੀ ਗਹਿਰਾ ਕਰਦੀ ਹੈ। ਭਾਰਤ ਵਿੱਚ ਇਸਤਰੀਆਂ ਲਈ ਸਮਾਜਿਕ ਵਾਤਾਵਰਣ ਸੁਰੱਖਿਅਤ ਨਹੀਂ ਹੈ ਅਤੇ ਨਾ ਹੀ ਕਦੇ ਇਤਿਹਾਸ ਵਿੱਚ ਰਿਹਾ ਹੈ। ਜਦੋਂ ਵੀ ਕਦੇ ਹਾਲਾਤ ਖਰਾਬ ਹੋਏ ਹਨ, ਦੰਗੇ ਫਸਾਦ ਹੋਏ ਹਨ, 84 ਦੇ ਦੰਗੇ ਹੋਣ, 47 ਦੇ ਦੰਗੇ ਹੋਣ ਜਾਂ ਜਿਹੜੇ 2-4 ਸਾਲ ਪਹਿਲਾਂ ਰਿਜ਼ਰਵੇਸ਼ਨ ਨਾਲ ਸੰਬੰਧਿਤ ਦੰਗੇ ਹੋਏ ਸੀ ਹਰਿਆਣੇ ਵਿੱਚ, ਹਰ ਤਰ੍ਹਾਂ ਦੇ ਦੰਗਿਆਂ ਵਿੱਚ ਇਸਤਰੀਆਂ ਨੂੰ ਸਭ ਤੋਂ ਵੱਧ ਵਹਿਸ਼ੀਅਤ ਦਾ ਸ਼ਿਕਾਰ ਬਣਾਇਆ ਜਾਂਦਾ ਹੈ, ਹਿੰਸਾ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਸਧਾਰਨ ਹਾਲਤਾਂ ਵਿੱਚ ਵੀ ਇਸਤਰੀਆਂ ਵਿਰੁੱਧ ਜੁਰਮ ਨੇ ਜੋ ਭਾਰਤ ਵਿੱਚ ਉਹ ਬਹੁਤ ਖਤਰਨਾਕ ਪੱਧਰ ਤੱਕ ਸਾਨੂੰ ਮਿਲਦੇ ਹਨ ਅਤੇ ਸਾਡੇ ਦੇਸ਼ ਦੀ ਜੋ ਕੌਮੀ ਰਾਜਧਾਨੀ ਹੈ ਦਿੱਲੀ, ਉਸ ਵਿੱਚ ਤਾਂ ਪਿਛਲੇ ਕੁਝ ਸਾਲਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਹਨ ਕਿ ਉਸ ਨੂੰ ਵਿਸ਼ਵ ਦੇ ਵਿੱਚ ਇੱਕ ਰੇਪ ਕੈਪੀਟਲ ਵਰਗੇ ਕਲੰਕਿਤ ਨਾਮਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਜਿਹੜਾ ਕਿ ਨਾ ਸਿਰਫ ਦਿੱਲੀ ਲਈ ਬਲਕਿ ਸਮੁੱਚੇ ਦੇਸ਼ ਵਾਸੀਆਂ ਲਈ ਇੱਕ ਸ਼ਰਮਨਾਕ ਨਾਮ ਹੈ। ਇਸਤਰੀਆਂ ਤੇ ਸਮਾਜਿਕ ਪਾਬੰਦੀਆਂ ਲਗਾਈਆਂ ਜਾਂਦੀਆਂ ਹਨ। ਬਹੁਤ ਸਾਰੀਆਂ ਸਮਾਜਿਕ ਪਾਬੰਦੀਆਂ ਸੈਂਕੜੇ ਸਾਲਾਂ ਤੋਂ ਲਾਗੂ ਰਹੀਆਂ ਹਨ, ਜਿਨ੍ਹਾਂ ਦਾ ਅੱਜ ਵੀ ਪ੍ਰਭਾਵ ਹੈ। ਦਹੇਜ ਪ੍ਰਥਾ ਵਰਗੀਆਂ ਬੁਰਾਈਆਂ ਪੜ੍ਹੇ ਲਿਖੇ ਪਰਿਵਾਰਾਂ ਵਿੱਚ ਵੀ ਹਨ, ਆਧੁਨਿਕ ਪਰਿਵਾਰਾਂ ਵਿੱਚ ਵੀ ਹਨ, ਪਿੰਡਾਂ ਵਿੱਚ ਵੀ ਹਨ, ਸ਼ਹਿਰਾਂ ਵਿੱਚ ਵੀ ਹਨ। ਪਛੜੇ ਖੇਤਰਾਂ ਵਿੱਚ ਅਜੇ ਵੀ ਪਰਦੇ ਦੀ ਪ੍ਰਥਾ ਪ੍ਰਚਲਿਤ ਹੈ। ਇਸਤਰੀਆਂ ਨੂੰ ਜੋ ਪੁਰਸ਼ਾਂ ਦੇ ਕੰਮ ਨੇ ਉਹ ਵੀ ਸੌਂਪੇ ਜਾਂਦੇ ਹਨ, ਲੇਬਰ ਕਰਨ ਲਈ ਵੀ ਕਿਹਾ ਜਾਂਦਾ ਹੈ, ਪਰੰਤੂ ਫਿਰ ਵੀ ਉਹਨਾਂ ਨੂੰ ਪਰਦੇ ਦੇ ਵਿੱਚ ਰਹਿਣ ਲਈ ਕੰਪੈਲ ਕੀਤਾ ਜਾਂਦਾ ਹੈ। ਜਿਹੜੇ ਕੰਮਾਂ ਨੂੰ ਕਰਨ ਲਈ ਬਹੁਤੀ ਸਰੀਰਕ ਸ਼ਕਤੀ ਦੀ ਜ਼ਰੂਰਤ ਨਹੀਂ ਵੀ ਹੈ, ਉਹਨਾਂ
ਲਈ ਉਹ ਕੰਮ ਕਰਨੇ ਵੀ ਸਮਾਜਿਕ ਤੌਰ 'ਤੇ ਵਰਜਿਤ ਹਨ। ਜਿਵੇਂ ਡਰਾਈਵਿੰਗ ਕਰਨ ਲਈ ਕਈ ਖੇਤਰਾਂ ਦੇ ਵਿੱਚ ਲੜਕੀਆਂ ਨੂੰ ਰੋਕਿਆ ਜਾਂਦਾ ਹੈ, ਕਈ ਖੇਤਰਾਂ ਦੇ ਵਿੱਚ ਸਰਵਿਸ ਕਰਨ ਤੋਂ ਰੋਕਿਆ ਜਾਂਦਾ ਹੈ। ਇਹਨਾਂ ਰੋਕਾਂ ਕਰਕੇ ਉਹਨਾਂ ਨੂੰ ਆਰਥਿਕ ਸੁਤੰਤਰਤਾ ਪ੍ਰਾਪਤ ਕਰਨੀ ਮੁਸ਼ਕਲ ਹੁੰਦੀ ਹੈ ਅਤੇ ਉਹ ਆਰਥਿਕ ਤੌਰ 'ਤੇ ਪੁਰਸ਼ਾਂ 'ਤੇ ਨਿਰਭਰ ਹੋਈਆਂ ਰਹਿੰਦੀਆਂ ਹਨ। ਬਹੁਤ ਬਹੁਤ ਧੰਨਵਾਦ। ਗੁੱਡ ਲੱਕ।